ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਚਾਹਲ ਆਯੁਰਵੈਦਿਕ ਹਸਪਤਾਲ ਤੇ ਨਰਸਿੰਗ ਹੋਮ ਜੋ ਕਿ ਬੁਰਜ ਬੰਬੀਹਾ ਰੋਡ ਬਰਗਾੜੀ ਵਿਖੇ ਸਥਿਤ ਹੈ। ਇੱਥੇ ਜੱਚਾ ਬੱਚਾ ਕੇਅਰ ਸੈਂਟਰ ਵੀ ਹੈ। ਇਸ ਦੇ ਨਾਲ ਬੇ ਔਲਾਦ ਜੋੜੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਇੱਥੇ ਆਪਣਾ ਇਲਾਜ ਕਰਾਉਣ ਆਉਂਦੇ ਨੇ। ਸਾਡੀ ਟੀਮ ਨੇ ਡਾਕਟਰ ਜਗਦੇਵ ਸਿੰਘ ਚਾਹਲ और डॉक्टर परमजीत कौर चाहल नाल गलबात कीती। इस दे नाल ही इस हस्पताल दे विच एक पंचकर्मा मर्म थैरेपी नाल इलाज भी किया जाता है और इस लई डॉक्टर लिवदीप सिंह चाहल जो कि स्पैशलिस्ट ने केरला आयुर्वेदिक मेडिसिन पंचकर्मा महाराष्ट्र ते मर्म थैरेपी दे विच। साडी टीम ने डॉक्टर लिवदीप सिंह चाहल नाल गलबात कीती। इत्थे क्रॉनिक तो क्रॉनिक बीमारियां दा इलाज आयुर्वेदिक तरीके नाल किया जाता है और जिन्हां दा कोई साइड इफेक्ट नहीं हुंदा। साडी टीम ने डॉक्टर जगदेव सिंह चाहल नाल गलबात कीती। साडी टीम ने डॉक्टर परमजीत कौर चाहल नाल गलबात कीती। डॉक्टर साहब मेरे गठिए की प्रॉब्लम सी, मैनू बाल नहीं सी बहते, आटा नहीं सी गुन्निया जाता, बिल्कुल मतलब जोड़ों च बहुत पेन हुंदा सीगा। ते मैं इन्हां दी मम्मा कोल ही दवाई लैंदी सी पहलां तो ही भी जदों भी कोई प्रॉब्लम हुंदी इन्हां दी मम्मा कोल ही आउंदी सी। इन्हां दी मम्मा ने कहा भी बेटा आया वा उत्थों आयुर्वैदिक कीती भी ओहदी, तुसीं उन्हां दी दवाई लैके देखो तुसीं एक बारी। फिर इन्हां नाल मेरी गलबात हुई डॉक्टर साहब नाल। ये कहंदे आंटी तुहानूं मैं दवाई दे दूँगा गठिया दी, तुसीं ठीक हो जाओगे बिल्कुल, पर परहेज करने पैणगे तुहानूं। मैं कहा ठीक है कोई ना, मैं परहेज करूँगी बिल्कुल, तुसीं मैनूं दवाई दो। इन्होंने मैंने 15 दिन की दवाई दी तो 15 दिन के बजाय मेरे 2 दिनों ही मैं बहुत मतलब फर्क पै गया। ਹੁਣ ਤਾਂ ਮਤਲਬ ਪੂਰਾ ਆਪਦਾ ਜਿਹੜਾ ਪੂਰਾ ਮੈਨੂੰ ਮੈਂ ਜਿਹੜੀ ਚੀਜ਼ ਤੁਹਾਨੂੰ ਲੱਗਦੀ ਸੀ ਗਠੀਏ ਦਾ ਤਾਂ ਕਹਿੰਦੇ ਕੋਈ ਇਲਾਜ ਹੀ ਹੈ ਨਹੀਂ ਗਾ, ਤਾਂ ਸਾਰੀ ਜ਼ਿੰਦਗੀ ਦਵਾਈਆਂ ਖਾਣੀਆਂ ਪੈਂਦੀਆਂ। ਹਾਂਜੀ ਹਾਂਜੀ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ, ਇਲਾਜ ਸਾਰੀ ਹਰੇਕ ਬਿਮਾਰੀ ਦਾ ਇਲਾਜ ਹੈ, ਪਰ ਪਰਹੇਜ਼ ਨਾਲ ਪਰਹੇਜ਼ ਕਰ ਲੈ ਤੇ ਨਾਲ ਦਵਾਈ ਕਰ ਲੈ। ਪਰਹੇਜ਼ ਮੇਰਾ ਪਰਹੇਜ਼ ਹੁਣ ਵੀ ਹੈ ਜੀ। ਤੇ ਸੋਨੇ ਤੇ ਸੁਹਾਗਾ ਹੋ ਗਿਆ। ਹਾਂਜੀ ਦੁੱਧ ਦਹੀਂ ਲੱਸੀ ਬਿਲਕੁਲ ਸਾਰਾ ਕੁਝ ਬੰਦ ਹੈ ਮੇਰਾ, ਤੇ ਮੈਂ ਪੂਰੀ ਐਕਟਿਵ ਹਾਂ। ਹੁਣ ਗੋਡੇ ਕੂਣੀਆਂ ਕੁਛ ਨਹੀਂ ਮੇਰੇ ਦਰਦ ਹੁੰਦਾ, ਬਿਲਕੁਲ ਵੀ ਨਹੀਂ ਹੁੰਦਾ। ਅੱਛਾ ਮੈਂ ਥਾਇਰਾਇਡ ਦੀ ਗੋਲੀ ਖਾਂਦੀ ਸੀ, ਇਹਨਾਂ ਨੇ ਉਹ ਥਾਇਰਾਇਡ ਦੀ ਗੋਲੀ ਵੀ ਵਿੱਚ ਲਾਈ, ਉਹ ਮੇਰੀ ਥਾਇਰਾਇਡ ਦੀ ਗੋਲੀ ਵੀ ਬੰਦ। ਮੇਰਾ 58 ਕਿਲੋ weight ਬਿਲਕੁਲ ਠੀਕ ਹੈ ਮੈਂ ਜੀ, ਓਕੇ ਹੁਣ। ਬੇਟਾ ਕਿਵੇਂ ਜਦੋਂ ਤੁਹਾਨੂੰ ਕ੍ਰੋਨਿਕ ਐਲਰਜੀ ਸੀਗੀ ਕਿਵੇਂ ਤੁਹਾਡਾ ਹਾਲ ਸੀਗਾ ਔਰ ਕਿਵੇਂ ਜੀ ਮੇਰਾ ਬਹੁਤ ਗੰਭੀਰ ਹਾਲਤ ਸੀ। ਮੈਨੂੰ ਬਹੁਤ ਜ਼ਿਆਦਾ ਦਿਨੋਂ ਰਾਤ ਅੱਥੋਂ ਆਉਂਦਾ ਹੀ ਰਹਿੰਦਾ ਸੀਗਾ। ਹੁਣ ਕਈ ਵਾਰ ਤਾਂ ਮੇਰੇ ਅੱਖਾਂ 'ਚ ਪਾਣੀ ਵੀ ਆ ਜਾਂਦਾ ਸੀਗਾ। ਮੈਂ ਬਹੁਤ ਮੈਡੀਸਨਸ ਲਈਆਂ ਸੀ, ਕੁਝ ਸਟੀਰੋਇਡਸ ਵੀ ਬਹੁਤ ਦਿੱਤੇ ਸੀਗੇ, ਤਾਂ ਉਹਨਾਂ ਮੇਰਾ weight ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ ਸੀਗਾ। ਤਾਂ ਮੈਥੋਂ ਮੇਰਾ ਬਹੁਤ ਜ਼ਿਆਦਾ ਗੰਭੀਰ ਕਰਕੇ ਮੇਰੇ ਮੈਡੀਸਨਸ ਵੀ ਮੈਥੋਂ ਛੁਡਾਈਆਂ ਗਈਆਂ ਸੀਗੀਆਂ, ਮੇਰੇ ਖਾਧੀਆਂ ਜਾਂਦੀਆਂ ਨਹੀਂ ਸੀ ਮੈਡੀਸਨਸ। ਤੇ ਤੁਹਾਨੂੰ ਆਯੁਰਵੈਦਿਕ ਦਾ ਕਿਵੇਂ ਤੁਸੀਂ ਚਾਹਲ ਹਸਪੀਟਲ 'ਚ ਆਏ? ਉਹ ਮੇਰੇ ਫਾਦਰ ਜਾਣਦੇ ਸੀਗੇ। ਹਾਂਜੀ ਗੱਲ ਇਸ ਤਰ੍ਹਾਂ ਹੀ, ਅਸੀਂ ਇਹਦੇ ਬੇਟੇ ਨੂੰ ਕਮ ਸੇ ਕਮ 9 ਡਾਕਟਰਾਂ ਕੋਲ ਲੈ ਕੇ ਆਏ ਇਹ ਤੋਂ ਪਹਿਲਾਂ ਹੀ, ਤੇ 9 ਡਾਕਟਰਾਂ ਕੋਲ ਲੈ ਕੇ ਆਏ। ਕਿਸੇ ਵੀ ਡਾਕਟਰ ਸਾਹਿਬ ਦੀ ਮੈਡੀਸਨ ਦਾ ਇਹਦੇ 'ਤੇ ਕੋਈ ਅਸਰ ਨਹੀਂ, ਕਿਉਂਕਿ ਡਾਕਟਰ ਸਾਹਿਬ ਨੇ ਪਹਿਲਾਂ ਇਹਨੂੰ ਕਿਸ ਤਰ੍ਹਾਂ ਸਟੀਰੋਇਡ ਦਿੱਤਾ ਜੀ। ਜੇ ਸਟੀਰੋਇਡ ਦੇਣ ਕਾਰਨ ਇਹਦੇ 'ਤੇ ਸਰੀਰ 'ਤੇ ਵੀ ਸਾਈਡ ਇਫੈਕਟਸ ਹੋਣ ਲੱਗ ਗਏ, ਇਹਨੂੰ ਮੋਟਾਪਾ ਆਉਣ ਲੱਗ ਗਿਆ, ਤੇ ਦਵਾਈ 'ਤੇ ਕੋਈ ਅਸਰ ਨਹੀਂ ਕਰਦੇ। ਲੁਧਿਆਣਾ, ਮੋਗਾ, ਕੋਟਕਪੂਰਾ ਸਾਰੇ ਡਾਕਟਰਾਂ ਕੋਲ ਚਲੇ ਗਏ, ਪਰ ਇਹਨੂੰ ਖੰਘ ਦੀ ਕੋਈ ਪ੍ਰੋਬਲਮ ਸੋਲਵ ਨਹੀਂ ਹੋਈ। ਸੁਬਾਹ ਖੰਘ 7 ਵਜੇ ਸਟਾਰਟ ਹੋ ਜਾਂਦੀ ਸੀ, ਸ਼ਾਮ ਦੇ 7 ਵਜੇ ਤੱਕ ਇਹਨੂੰ ਖੰਘ ਲਗਾਤਾਰ ਹੀ ਹੁੰਦੀ ਰਹਿੰਦੀ ਸੀ। ਯਾਨੀ ਕਿ ਬਹੁਤ ਜ਼ਿਆਦਾ ਸਾਨੂੰ, ਜੇ ਅਸੀਂ ਬਾਹਰ ਕਿਤੇ ਜਾਂਦੇ ਸੀ ਤਾਂ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਸੀ, ਸਾਨੂੰ ਵੀ ਹੁੰਦਾ ਸੀ ਵੀ ਅਸੀਂ ਇੱਥੋਂ ਤੱਕ ਕਹਿਣ ਲੱਗੇ ਵੀ ਬੇਟੇ ਨੂੰ ਅਸੀਂ ਗੱਡੀ ਦੇ ਵਿੱਚ ਬਹਾ ਲੈਂਦੇ ਸੀ ਵੀ ਤੂੰ ਬਾਹਰ ਨਾ ਨਿਕਲ, ਵੀ ਖੰਘ ਮੈਨੂੰ ਬਹੁਤ ਜ਼ਿਆਦਾ ਆਉਂਦੀ। ਫਿਰ ਡਾਕਟਰ ਸਾਹਿਬ ਨਾਲ ਹੀ ਮੇਰਾ ਸੰਪਰਕ ਹੋਇਆ, ਬੇਟੇ ਨਾਲ, ਇਹਨਾਂ ਦੇ ਬੇਟੇ ਨਾਲ। ਡਾਕਟਰ ਸਾਹਿਬ ਨਾਲ ਸਾਡੇ ਮਿੱਤਰਾਂ ਵਾਲੇ ਸੰਬੰਧ ਸੀਗੇ ਜੀ, ਤੇ ਉਹਨਾਂ ਦੇ ਬੇਟੇ ਨਾਲ ਵੀ। ਸੋ ਅਸੀਂ ਇਹਨਾਂ ਨੂੰ ਫੋਨ 'ਤੇ ਗੱਲ ਕੀਤੀ 3 ਤਰੀਕ ਨੂੰ, 3 ਮਾਰਚ ਨੂੰ ਅਸੀਂ ਇਹਨਾਂ ਨਾਲ ਫੋਨ 'ਤੇ ਗੱਲ ਕੀਤੀ ਹੈ ਜੀ, ਤੇ 4 ਤਰੀਕ ਨੂੰ ਅਸੀਂ ਜੋ ਵੀ ਮੈਡੀਸਨ ਸੀਗੀਆਂ ਜੀ ਉਹ ਇਹਨਾਂ ਦੇ ਨਾਲ ਲੈ ਕੇ ਆਏ ਹਾਂ। ਸੋ ਜੋ ਵੀ ਜਿੰਨੀਆਂ ਵੀ ਡਾਕਟਰ ਸਾਹਿਬ ਨੇ ਲਿਖ ਕੇ ਦਿੱਤੀਆਂ ਸੀਗੀਆਂ, ਇਹਨਾਂ ਨੇ ਦੇਖ ਕੇ ਸਾਰੀਆਂ ਦਵਾਈ, ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਦਵਾਈ ਦੇ ਦਿੱਤੀ ਹੈ ਜੀ, ਡੋਜ਼ ਉਹਨਾਂ ਨੇ ਬਣਾ ਤੀ 1 ਹਫ਼ਤੇ ਦੀ। 1 ਹਫ਼ਤੇ ਦੀ ਦਵਾਈ ਦਿੱਤੀ ਹੈ ਜੀ, ਤੇ 4 ਤਰੀਕ ਨੂੰ ਅਸੀਂ 5:30 ਵਜੇ ਪਹਿਲੀ ਡੋਜ਼ ਇਹਨਾਂ ਦੀ ਦਵਾਈ ਦੀ ਲਈ ਹੈ ਜੀ, ਤੇ 7 ਵਜੇ ਨੂੰ ਸਾਨੂੰ ਦਵਾਈ ਦਾ ਰਿਜ਼ਲਟ ਆ ਗਿਆ ਜੀ, ਤਾਂ ਇਹਦੀ ਖੰਘ ਰੁਕਣ ਲੱਗ ਗਈ। ਤੇ ਉਸ ਤੋਂ 5 ਤਰੀਕ ਨੂੰ ਤਾਂ 50 ਤੋਂ 60% ਵਿੱਚ ਖੰਘ ਬਿਲਕੁਲ ਠੀਕ ਹੋ ਗਈ ਹੈ, ਬੰਦ ਹੋ ਗਈ। ਤੇ 2-4 ਦਿਨ ਉਦੋਂ ਸੈਟਰਡੇ ਤੱਕ ਬਿਲਕੁਲ ਠੀਕ ਹੋ ਗਏ।
ਪਰ ਉਸ ਤੋਂ ਬਾਅਦ ਸਾਨੂੰ ਮੰਗਲਵਾਰ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ ਵੀ ਬੱਚਾ ਮੇਰਾ ਬੇਟਾ ਸਕੂਲ ਚਲਾ ਗਿਆ, ਉੱਥੇ ਇਹ ਵੇਟ ਹੋਣ ਕਾਰਨ ਇਹਦੇ ਕੋਈ ਬੈਗ ਸੀ, ਕਿੱਟ ਸੀ, ਪੌੜੀਆਂ ਚੜ੍ਹ ਗਿਆ। ਪੌੜੀਆਂ ਚੜ੍ਹਨ ਤੋਂ ਬਾਅਦ ਇਹਨੂੰ ਕੱਪ ਉੱਥੇ ਸਟਾਰਟ ਹੋ ਗਈ ਨਾਲ ਦੇ ਨਾਲ। ਫਿਰ ਇਹਨੂੰ ਸਕੂਲੋਂ ਮੈਂ ਛੁੱਟੀ ਦਵਾਈ ਗਈ। ਛੁੱਟੀ ਦਵਾ ਕੇ ਜਦੋਂ ਉਹਨੂੰ ਖੰਘ ਆਉਣ ਲੱਗੀ ਤਾਂ ਡਾਕਟਰ ਸਾਹਿਬ ਦੀ ਦੁਬਾਰਾ ਦਵਾਈ ਅਸੀਂ ਸਟਾਰਟ ਕਰਤੀ ਹੈ। ਉਸ ਤੋਂ ਬਾਅਦ ਤੀਜੇ ਚੌਥੇ ਦਿਨ ਤੋਂ ਬਾਅਦ 3-4 ਦਿਨ ਤੋਂ ਬਾਅਦ ਫਿਰ ਠੀਕ ਹੋ ਗਿਆ ਅਤੇ ਹੁਣ ਇਹ ਬਿਲਕੁਲ ਠੀਕ ਠਾਕ ਹੈ। ਹੁਣ ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅਤੇ ਅਸੀਂ ਤਾਂ ਕਹਿੰਦੇ ਆਯੁਰਵੈਦਿਕ ਦਵਾਈ ਨਾਲ ਨੂੰ ਲੈਣੀ ਚਾਹੀਦੀ, ਜਿਹਦੇ ਸਰੀਰ ਨਾਲ ਕੋਈ ਸਾਈਡ ਇਫੈਕਟਸ ਨਹੀਂ ਹੈਗਾ। ਮਾਤਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਤੇ ਕੀ ਕਹਿਣਾ ਚਾਹੋਗੇ? ਮੈਨੂੰ ਵੀ ਖਾਰਸ਼ ਦੀ ਪ੍ਰੋਬਲਮ ਸੀਗੀ ਵੀ ਮੈਂ ਬਹੁਤ ਦਵਾਈ ਖਾਧੀ ਇਹ ਤੋਂ ਪਹਿਲਾਂ, ਸਰਕਾਰੀ ਹਸਪਤਾਲ 'ਚੋਂ ਵੀ ਖਾਧੀ, ਕੋਟਕਪੂਰੋਂ ਵੀ ਖਾਧੀ, ਮੈਨੂੰ ਕਿਤੋਂ ਆਰਾਮ ਨਹੀਂ ਆਇਆ ਕੋਈ ਵੀ। ਐਲਰਜੀ ਦੀਆਂ ਬਰੀਕ ਜੀ ਗੋਲੀ ਹੁੰਦੀ ਆ, ਮੈਂ 2 ਵੀ ਖਾ ਜਾਂਦੀ ਸੀ, ਕਈ ਵਾਰ 3 ਵੀ ਖਾ ਲੈਂਦੀ ਸੀ। ਤੇ ਫਿਰ ਇੱਕ ਦਿਨ ਮੈਨੂੰ ਮੇਰੇ ਬੇਟੇ ਨੇ ਕਿਹਾ, ਇੱਥੇ ਕੰਮ ਕਰਦਾ ਸੀ ਹਸਪਤਾਲ 'ਚ, ਕਹਿੰਦਾ ਵੀ ਤੂੰ ਲੈ ਉਹਦੀ ਚਹਿਲ ਕੋਲੇ ਜਾ ਕੇ ਦਵਾਈ ਲੈ ਆਯੁਰਵੈਦਿਕ, ਵੀ ਉਹਦੇ ਨਾਲ ਹੋ ਸਕਦਾ ਤੈਨੂੰ ਆਰਾਮ ਆ ਜਾਏ। ਮੈਂ ਇੱਥੇ ਆਈ, ਪਹਿਲਾਂ ਮੈਂ ਜੱਕਾਈਆਂ ਵੀ ਕਰਦੀ ਰਹੀ, ਫਿਰ ਮੈਂ ਇੱਥੇ ਆਈ ਤੇ ਮੈਂ ਇਹਨਾਂ ਨੂੰ ਮਿਲੀ ਤੇ ਇਹਨਾਂ ਨੇ ਮੈਨੂੰ 1 ਹਫ਼ਤੇ ਦੀ ਦਵਾਈ ਦਿੱਤੀ ਤੇ ਮਤਲਬ ਕਿ ਹਫ਼ਤੇ 'ਚ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਫਿਰ ਇਹਨਾਂ ਨੇ ਕਿਹਾ ਵੀ 3 ਮਹੀਨੇ ਦਵਾਈ ਖਾਣੀ ਪਊ। ਮੈਂ 3 ਮਹੀਨੇ ਦਵਾਈ ਪੂਰੇ ਖਾਧੀ ਆ। ਹੁਣ ਮੈਨੂੰ 15 ਦਿਨ ਹੋ ਗਏ ਦਵਾਈ ਛੱਡੀ ਨੂੰ, ਮੈਂ ਬਿਲਕੁਲ ਠੀਕ ਆ, ਕੋਈ ਪ੍ਰੋਬਲਮ ਨਹੀਂ ਮੈਨੂੰ ਇਸ ਟਾਈਮ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਚਹਿਲ ਹਸਪੀਟਲ, ਜਿਹੜਾ ਕਿ ਆਯੁਰਵੈਦਿਕ ਦਾ ਕੇਂਦਰ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਹੇ ਸੀਗੇ ਡਾਕਟਰ ਸਾਹਿਬ ਔਰ ਉਹਨਾਂ ਦੇ ਮਿਸਿਸ ਇਸ ਹਸਪੀਟਲ ਦੇ ਵਿੱਚ। ਔਰ ਹੁਣ ਜਿਹੜਾ ਹੈਗਾ ਇਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਵੀ ਆਯੁਰਵੈਦਿਕ ਦੇ ਨਾਲ ਜੁੜ ਕੇ ਨਵੀਆਂ ਟੈਕਨੀਕਸ ਲੈ ਕੇ ਆਇਆ। ਇੱਕ ਐਸਾ ਹਸਪੀਟਲ ਜਿਹਦੇ ਵਿੱਚ ਨਵੇਂ ਤੇ ਪੁਰਾਣੇ ਦਾ ਕੰਬੀਨੇਸ਼ਨ ਹੈਗਾ। ਪਹਿਲਾਂ ਅਸੀਂ ਗੱਲ ਕਰਾਂਗੇ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕਿਸ ਤਰੀਕੇ ਦੇ ਨਾਲ ਤੁਸੀਂ ਅੱਜ ਇੱਕ ਉਹ ਨੈਟਵਰਕ ਜਿਹੜਾ ਮਾਂ-ਬਾਪ ਨੇ ਬਣਾਇਆ ਸੀਗਾ, ਉਹੀ ਨੈਟਵਰਕ ਨੂੰ ਅੱਗੇ ਤੋਰਦੇ ਹੋਏ ਤੁਸੀਂ ਵੀ ਆਯੁਰਵੈਦਿਕ ਦੀ ਪ੍ਰੈਕਟਿਸ ਕਰਕੇ ਔਰ ਬਰਗਾੜੀ ਵਿਖੇ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ, ਕੀ ਕਹਿਣਾ ਚਾਹੋਗੇ ਕਿ ਆਯੁਰਵੈਦਿਕ ਜਿਹਨੂੰ ਕਿ ਅੱਜ ਸਰਕਾਰਾਂ ਨੇ ਵੀ ਜਿਹੜਾ ਹੈਗਾ ਉਹ ਐਕਸੈਪਟ ਕਰ ਲਿਆ ਹੈਗਾ, ਔਰ ਜਿੱਦਾਂ ਆਪਾਂ ਦੇਖਿਆ ਕਿ ਪਹਿਲੀ ਵਾਰੀ ਆ ਕਿ ਲੋਕਾਂ ਨੇ ਕਾੜੇ ਔਰ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਯੂਜ਼ ਕੀਤੀਆਂ ਕੋਵਿਡ-19 ਦੇ ਵਿੱਚ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਆਯੁਰਵੈਦ ਅੱਜ ਦੀ ਨਹੀਂ ਹੈ, ਇਹ 3000 ਸਾਲ ਪਹਿਲਾਂ ਦੀ ਪੈਥੀ ਹੈ, ਜੋ ਕਿ ਲੋਕਾਂ ਨੂੰ ਹਲੇ ਵੀ ਪੂਰੀ ਤਰ੍ਹਾਂ ਇਹਦੇ ਪ੍ਰਤੀ ਅਵੇਅਰ ਨਹੀਂ ਹੈਗੇ। ਪੰਜਾਬ 'ਚ ਫਸਟ ਆਫ ਆਲ, ਕੇਰਲਾ ਵਿੱਚ, ਸਾਊਥ ਵਿੱਚ ਬਹੁਤ ਇਹਦੀ ਕਿ ਬਹੁਤ ਸਾਰੀ ਪਾਪੂਲੇਸ਼ਨ ਇਹਨੂੰ ਫੋਲੋ ਕਰਦੀ ਹੈ। ਉੱਥੇ 90% BMS ਡਾਕਟਰ ਹੈ ਤੇ 10% ਕਿਤੇ ਜਾ ਕੇ ਐਲੋਪੈਥਿਕ ਡਾਕਟਰ ਜਾਂ ਕੋਈ ਹੋਰ ਕੈਟਾਗਰੀ ਦੇ ਡਾਕਟਰ ਆਉਂਦੇ ਆ। ਅਤੇ ਮੈਨੂੰ ਵੀ ਲੱਗਿਆ 7 ਸਾਲ ਪਹਿਲਾਂ ਕਿ ਮਾਤਾ ਜੀ ਨੇ, ਪਿਤਾ ਜੀ ਨੇ ਇਸ ਲਾਈਨ ਵਿੱਚ ਮੈਨੂੰ ਕਿਹਾ ਕਿ ਆਯੁਰਵੈਦ ਦੀ ਆਪਣੇ ਰੂਰਲ ਏਰੀਆ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਕਸਬੇ ਦੇ ਵਿੱਚ ਬਹੁਤ ਜ਼ਿਆਦਾ ਲੋੜ ਹੈ ਆਯੁਰਵੈਦ ਦੀ। ਕਿਉਂਕਿ ਆਯੁਰਵੈਦ ਅਸੀਂ ਪੜ੍ਹਦੇ ਸੀ, ਅਸੀਂ ਸੁਣਦੇ ਸੀ ਕਿ ਆਯੁਰਵੈਦ ਬਹੁਤ ਹੀ ਜ਼ਿਆਦਾ ਕਿ ਇੱਕ ਪਿਓਰ ਪੈਥੀ ਹੈ, ਜਿਹਦੇ ਵਿੱਚ ਆਪਾਂ ਨੈਚੁਰਲ ਹਰਬਸ ਵਗੈਰਾ ਯੂਜ਼ ਕਰਕੇ ਵਿੱਚ ਆਪਾਂ ਕੋਈ ਵੀ ਬਿਨਾਂ ਸਾਈਡ ਇਫੈਕਟ ਤੋਂ ਆਪਾਂ ਪੇਸ਼ੈਂਟਸ ਦਾ ਇਲਾਜ ਕਰ ਸਕਦੇ ਹਾਂ ਅਤੇ ਸਫਲ ਹੋ ਸਕਦੇ ਹਾਂ ਇਲਾਜ ਦੇ ਵਿੱਚ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਗਠੀਏ ਵਰਗੀ ਜਿਹੜੀ ਨਾਮਨਾਤ ਬਿਮਾਰੀ ਹੈ, ਜਿਹਦੇ ਵਿੱਚ ਇੰਨੇ ਟਰੰਕਾਈਜ਼ਰਾਂ ਖਾਂਦੇ ਲੋਕ, ਔਰ ਜਿਸ ਤਰੀਕੇ ਨਾਲ ਪੇਸ਼ੈਂਟਸ ਨਾਲ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਪੇਸ਼ੈਂਟਸ ਨੂੰ ਤੁਸੀਂ ਰਿਲੀਫ ਦਿੱਤਾ ਜਿਹੜੇ ਬਿਲਕੁਲ ਆਪਣੇ ਆਪ ਤੋਂ ਇੰਨੇ ਪਰੇਸ਼ਾਨ ਸੀਗੇ, ਔਰ ਜਿੱਦਾਂ ਮਾਤਾ ਜੀ ਦੱਸ ਰਿਹਾ ਸੀ ਕਿ ਹੱਥ ਜਿਹੜੇ ਮੇਰੇ ਉਹ ਹਿਲਦੇ ਨੇਗੇ, ਕੀ ਕਹਿਣਾ ਚਾਹੋਗੇ ਕਿ ਅੱਜ ਆਯੁਰਵੇਦ ਨੂੰ ਬੰਦਾ ਜੇ ਸੱਚੇ ਦਿਲ ਦੇ ਨਾਲ ਅਪਣਾ ਲਵੇ, ਮੈਡੀਸਨਸ ਨੂੰ ਟਾਈਮ ਸਿਰ ਲੈ ਲਵੇ, ਪਰਹੇਜ਼ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਵੀ ਪਰਹੇਜ਼ ਦਾ ਜਿਹੜਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਔਰ ਉਹਦੇ ਨਾਲ ਪਰਹੇਜ਼ ਹੋ ਜਾਵੇ ਤਾਂ ਤਿੰਨਾਂ ਦਾ ਸੁਮੇਲ ਹੋ ਕੇ ਉਹ ਇੱਕ ਨਵੀਂ ਜ਼ਿੰਦਗੀ ਪਾ ਸਕਦੇ? ਹਾਂਜੀ, ਬਿਲਕੁਲ। ਗਠੀਆ ਦਾ ਰੋਗ ਹੋ ਗਿਆ, ਚਮੜੀ ਦਾ ਰੋਗ ਹੋ ਗਿਆ, ਜਾਂ ਕੋਈ ਸਾਹ ਦਾ ਰੋਗ ਹੋ ਗਿਆ, ਕੋਈ ਵੀ ਰੋਗ ਹੋ ਗਿਆ, ਇਹ ਕੋਈ ਰੋਗ ਨਹੀਂ ਹੁੰਦੇ। ਇਹਨਾਂ ਨੂੰ ਆਪਾਂ ਲਾਈਫ ਸਟਾਈਲ ਡਿਸਆਰਡਰ ਕਹਿ ਸਕਦੇ ਹਾਂ ਕਿ ਲਾਈਫ ਸਟਾਈਲ ਆਪਣਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਣਾ ਬਹੁਤ ਸਾਰਾ ਚੇਂਜ ਹੋ ਚੁੱਕਿਆ ਹੈ। ਇਨਆਰਗੈਨਿਕ ਫੂਡ ਆਪਾਂ ਇਨਟੇਕ ਕਰਦੇ ਹਾਂ ਆਪਾਂ, ਹੈ ਨਾ। ਉਸ ਦੇ ਪ੍ਰਤੀ ਇਹ ਗਠੀਆ ਹੋ ਗਿਆ, ਚਮੜੀ ਦੇ ਰੋਗ ਹੋ ਗਏ ਜਾਂ ਸਾਹ ਦੇ ਰੋਗ ਹੋ ਗਏ, ਇਹ ਉਦੋਂ ਹੀ ਆਪਣੇ ਸਰੀਰ ਦੇ ਵਿੱਚ ਥਾਂ ਬਣਾਉਂਦੇ ਆ ਜਦੋਂ ਆਪਾਂ ਕੋਈ ਵੀ ਚੀਜ਼ ਪਿਓਰ ਆਪਾਂ ਯੂਜ਼ ਨਹੀਂ ਕਰਦੇ, ਜਿਵੇਂ ਤਲੀਆਂ ਚੀਜ਼ਾਂ, ਮੈਦਾ ਹੋ ਗਿਆ, ਜਾਂ ਕੋਈ ਹੋਰ ਆਪਾਂ ਫਾਸਟ ਫੂਡ ਹੋ ਗਏ ਜਾਂ ਸਟਰੀਟ ਫੂਡ ਹੋ ਗਏ ਆਪਾਂ ਲੈਂਦੇ ਹਾਂ, ਤਾਂ ਉਹਨਾਂ ਕਰਕੇ ਹੀ ਇਹ ਗਠੀਆ ਨਾਮਰਾਦ ਬਿਮਾਰੀਆਂ ਹੁੰਦੀਆਂ। ਪਰ ਆਯੁਰਵੈਦ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ। ਆਪਾਂ ਲਾਈਫ ਸਟਾਈਲ ਆਪਾਂ ਪੇਸ਼ੈਂਟ ਦਾ ਚੇਂਜ ਕਰਨਾ, ਉਹਦੇ ਨਾਲ ਹੀ ਆਪਾਂ ਕਿ ਗਠੀਏ ਦੇ ਉੱਪਰ ਕਾਬੂ ਪਾ ਲੈਣਾ। ਅਤੇ ਕੁਛ ਕੁ ਆਪਾਂ 2-3 ਮਹੀਨੇ, 4 ਮਹੀਨੇ, 5 ਮਹੀਨੇ ਆਪਾਂ ਮੈਡੀਸਨ ਖਵਾ ਕੇ, ਮੈਡੀਸਨ ਕਿਉਂਕਿ ਪੇਸ਼ੈਂਟ ਲਗਾਤਾਰ ਤਾਂ ਨਹੀਂ ਕਦੇ ਵੀ ਖਾ ਸਕਦਾ, ਪੂਰੀ ਜ਼ਿੰਦਗੀ ਦਾ ਆਪਾਂ ਖਾਣ ਲਈ ਕਹਿਣਾ ਵੀ ਨਹੀਂ, ਨਾ ਹੀ ਉਹ ਖਾ ਸਕਦਾ। ਇਹ ਸਿਰਫ ਕੁਛ ਕੁ ਮਹੀਨਿਆਂ ਲਈ ਆਪਾਂ ਨੂੰ ਲੋੜ ਜ਼ਰੂਰ ਪੈਂਦੀ ਹੈ, ਬਟ ਆਪਾਂ ਖੁਰਾਕ ਦੇ ਸਿਰ 'ਤੇ ਆਪਾਂ ਆਹਾਰ ਅਤੇ ਵਿਹਾਰ ਆਪਾਂ ਠੀਕ ਕਰਕੇ ਪੇਸ਼ੈਂਟਸ ਦਾ ਆਪਾਂ ਉਹਨਾਂ ਦਾ ਕਿ ਗਠੀਆ ਜਾਂ ਹੋਰ ਵੀ ਕਈ ਕਰੋਨਿਕ ਬਿਮਾਰੀਆਂ ਆਪਾਂ ਉਹਨਾਂ ਦਾ ਠੀਕ ਕਰ ਸਕਦੇ ਹਾਂ।
ਅਸੀਂ ਗੱਲ ਕਰ ਲਈਏ ਆਪਾਂ ਸ਼ੂਗਰ ਦੀ ਗੱਲ ਕਰ ਲਈਏ, ਬਲੱਡ ਪ੍ਰੈਸ਼ਰ ਦੀ ਗੱਲ ਕਰ ਲਈਏ, ਔਰ ਜਿਸ ਤਰੀਕੇ ਨਾਲ ਖੰਘ ਦਾ ਇੱਕ ਪੇਸ਼ੈਂਟ, ਅਲਰਜਿਕ ਪੇਸ਼ੈਂਟ ਜਿਹੜੇ ਹੈਗੇ ਆ, ਉਹਨਾਂ ਲਈ ਤੁਸੀਂ ਕਾਰਗਰ ਸਾਬਤ ਹੋ ਰਹੇ ਹੋ ਇਸ ਇਲਾਕੇ ਦੇ ਵਿੱਚ, ਉਹ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਸਾਹ ਦਾ ਪੇਸ਼ੈਂਟ ਮੇਰੇ ਕੋਲ, ਸੁੱਕੀ ਖੰਘ ਜਿਹਨੂੰ ਆਪਾਂ ਕਾਲੀ ਖਾਂਸੀ ਵੀ ਕਹਿੰਦੇ ਆ, ਵੂਪਿੰਗ ਕਫ, ਉਹ ਥੋੜੇ ਦਿਨ ਪਹਿਲਾਂ 20 ਦਿਨ ਲਗਭਗ ਪਹਿਲਾਂ ਆਪਣੇ ਕੋਲ ਆਇਆ ਸੀ ਤੇ ਉਹਦੀ ਇੰਨੀ ਜ਼ਿਆਦਾ ਖੰਘ ਵੱਧ ਚੁੱਕੀ ਸੀ ਕਿ ਉਹ ਇੱਕ ਸਕਿੰਟ ਲਈ ਵੀ ਸਾਹ ਨਹੀਂ ਲੈ ਸਕਦਾ ਸੀ। ਇੱਕ ਸਕਿੰਟ ਲਈ ਉਹਨਾਂ ਨੂੰ ਐਂ ਲੱਗਦਾ ਸੀ ਕਿ ਜਿਵੇਂ ਆਪਣੇ ਢੋਲ ਵੱਜਦੇ ਹੋਣ ਆਪਣੇ ਕਿ ਗਲੇ ਦੇ ਵਿੱਚ, ਇਦਾਂ ਦੀ ਖਾਂਸੀ ਸੀ ਉਹਨਾਂ ਦੀ। ਤੇ ਉਹਨਾਂ ਨੇ ਬਹੁਤ ਜਗ੍ਹਾ ਤੋਂ ਆਪਣਾ ਕੀ ਇਲਾਜ ਕਰਾਇਆ, 7-8 ਡਾਕਟਰਾਂ ਤੋਂ ਪਹਿਲਾਂ ਵੀ ਕਰਵਾਇਆ ਉਹਨਾਂ ਨੇ, ਪਰ ਉਹਨਾਂ ਨੂੰ ਕੋਈ ਸਹੀ ਰਾਹ ਕਿਸੇ ਨੇ ਨਹੀਂ ਪਾਇਆ ਹੈਗਾ। ਉਹਨਾਂ ਦੇ ਇਨਕੀ TLC ਕਾਊਂਟ, WBC ਇਨਕੀ ਬਹੁਤ ਜ਼ਿਆਦਾ 17-18 ਸੀ। ਬਟ ਉਹ ਮੇਰੇ ਕੋਲ ਜਦੋਂ ਆਏ, ਉਹਨਾਂ ਨੂੰ ਮੈਂ ਸਮਝਾਇਆ ਕਿ ਇਹ ਸਿਰਫ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਤੁਹਾਡੀ ਇਨਕੀ ਡਾਈਟ ਜਿਹੜੀ ਹੈਗੀ ਹੈ ਉਹ ਇੰਪਿਓਰ ਕਰਕੇ, ਇਨਆਰਗੈਨਿਕ ਕਰਕੇ ਹੀ ਇਹ ਸਾਰਾ ਕੁਝ ਇਨਕੀ ਕੰਪਲਿਕੇਸ਼ਨਸ ਆ ਰਹੀਆਂ ਤੁਹਾਡੇ ਵਿੱਚ। ਤੇ ਉਹਨਾਂ ਦੀ ਬਸ ਮੈਂ ਡਾਈਟ ਸਹੀ ਕੀਤੀ ਤੇ ਉਹਨਾਂ ਦੇ ਇਨਕੀ ਥੋੜੀ ਜਿਹੀ ਮੈਡੀਸਨ ਲਗਾਈ ਨਾਲ, ਇਨਕੀ ਕਾੜੇ ਵਗੈਰਾ ਜਾਂ ਕਸ਼ਾਇਮ ਹੋ ਗਿਆ, ਆਯੁਰਵੈਦ ਦੀ ਜਿਹੜੀ ਪੁਰਾਣੀ ਪ੍ਰਥਾ ਹੈਗੀ ਹੈ ਕਸ਼ਾਇਮ ਦੀ, ਚਟਨੀਆਂ ਦੀ, ਯਾਨੀ ਕਿ ਚੂਰਨ ਦੀ, ਆਪਾਂ ਉਹ ਸਟਾਰਟ ਕੀਤੀ ਤੇ ਉਹ ਆਯੁਰਵੈਦ ਦੇ ਢੰਗ ਨਾਲ ਲੈਣਾ ਸਟਾਰਟ ਕੀਤਾ ਤੇ ਉਹਨਾਂ ਦਾ ਦਿਨਚਰਿਆ ਵੀ ਉਹਨਾਂ ਦਾ ਠੀਕ ਕੀਤਾ ਕਿ ਉਹਨਾਂ ਦਾ ਕੀ ਲਾਈਫ ਸਟਾਈਲ ਹੈ, ਕੀ ਰੂਟੀਨ ਹੈ, ਸਭ ਕੁਝ ਉਹਨਾਂ ਦਾ ਆਯੁਰਵੈਦ ਦੇ ਹਿਸਾਬ ਨਾਲ ਚੇਂਜ ਕਰਕੇ ਤੇ ਅੱਜ ਉਹ ਤੁਹਾਡੇ ਸਾਹਮਣੇ ਕਿ ਉਹ ਬਿਲਕੁਲ ਵੀ ਉਹਨਾਂ ਨੂੰ ਖਾਂਸੀ ਨਹੀਂ ਆ ਰਹੀ ਸੀ। 90% ਦੇ ਲਗਭਗ, 95% ਦੇ ਲਗਭਗ ਉਹ ਕਿਉਰ ਹੋ ਚੁੱਕਿਆ ਹੈ ਉਹ ਬੱਚਾ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਆਯੁਰਵੇਦ ਦੇ ਉੱਤੇ ਭਰੋਸਾ ਚੌਥੀ ਸਟੇਜ ਕਰਦੇ ਆ, ਜਦੋਂ ਬੰਦਾ ਮਰਨ ਵਾਲਾ ਹੁੰਦਾ ਉਦੋਂ ਕਹਿੰਦੇ ਆਯੁਰਵੇਦ ਵਾਲੇ ਕੋਲ ਲੈ ਜਾਓ, ਅਗਰ ਉਹ ਫਸਟ ਜਾਂ ਸੈਕੰਡ ਸਟੇਜ ਦੇ ਵਿੱਚ ਆਯੁਰਵੇਦ ਨੂੰ ਅਪਣਾ ਲੈਣ, ਕੀ ਸੋਚਦੇ ਹੋ ਤੁਸੀਂ ਵੀ ਕਈ ਐਸੀਆਂ ਕੈਂਸਰ ਹੈਗੇ ਜਿਹੜੀਆਂ ਉਹ ਮਤਲਬ ਕਿਉਰੇਬਲ ਹੈਗੀਆਂ? ਹਾਂਜੀ ਬਿਲਕੁਲ ਜੀ, ਜੇ ਆਪਾਂ ਨੂੰ ਪਹਿਲੀ ਸਟੇਜ ਦੇ ਵਿੱਚ ਹੀ ਪਤਾ ਲੱਗ ਜਾਵੇ ਕਿ ਕੈਂਸਰ ਹੈ ਜਾਂ ਕਾਰਸੀਨੋਮਾ ਕਿਸੇ ਵੀ ਚੀਜ਼ ਦਾ, ਜਾਂ ਬਲੱਡ ਦਾ, ਜਾਂ ਕਿਸੇ ਵੀ ਚੀਜ਼ ਹੋਰ ਚੀਜ਼ ਦਾ ਹੈ ਬੋਡੀ ਦੇ ਵਿੱਚ, ਤਾਂ ਆਪਾਂ ਉਹਨੂੰ ਪਹਿਲੀ ਸਟੇਜ ਦੇ ਵਿੱਚ ਹੀ ਆਪਾਂ ਉਸ 'ਤੇ ਕੰਟਰੋਲ ਕਰ ਸਕਦੇ ਹਾਂ। ਤੇ ਕੰਟਰੋਲ ਹੀ ਨਹੀਂ, ਆਪਾਂ ਬਿਲਕੁਲ ਠੀਕ ਵੀ ਕਰ ਸਕਦੇ ਹਾਂ ਪੇਸ਼ੈਂਟ ਨੂੰ। ਡਾਕਟਰ ਜੋ ਗੁੜਤੀ ਤੁਹਾਨੂੰ ਮਿਲੀ, ਜਿਸ ਤਰੀਕੇ ਦੇ ਨਾਲ PCOD ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਬੱਚੇਦਾਨੀ ਦੀਆਂ ਰਸੌਲੀਆਂ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਹੋਰ ਜਿਹੜੀਆਂ ਕ੍ਰੋਨਿਕ ਤੋਂ ਕ੍ਰੋਨਿਕ ਲੇਡੀਜ਼ ਦੀਆਂ ਬਿਮਾਰੀਆਂ, ਉਹਨਾਂ ਲਈ ਤੁਹਾਡੇ ਮਾਤਾ ਜੀ ਨੇ ਪਹਿਲਾਂ 25 ਸਾਲ ਸੇਵਾ ਕੀਤੀ ਹੈਗੀ ਆ, ਔਰ ਉਹੀ ਵਾਈਬ੍ਰੇਸ਼ਨ ਤੁਹਾਡੇ 'ਚ ਗਈਆਂ। ਹੁਣ ਤੁਹਾਡੇ ਕੋਲ ਆਯੁਰਵੇਦ ਔਰ ਮਾਤਾ ਜੀ ਦਾ ਐਕਸਪੀਰੀਅੰਸ, ਜਦੋਂ ਦੋਨੇ ਮਿਲ ਕੇ ਕੰਮ ਕਰਦੇ ਆ ਤਾਂ ਈਵਨ ਇਨਫਰਟਾਈਲ ਕਪਲਸ ਆ ਜਿਹੜੇ ਆਉਂਦੇ ਆ, ਉਹਨਾਂ ਨੂੰ ਵੀ ਫਿਰ ਇੱਥੇ ਜਿਹੜਾ ਸੰਤਾਨ ਸੁਖ ਦੀ ਪ੍ਰਾਪਤੀ ਹੋ ਜਾਂਦੀ। ਬਿਲਕੁਲ ਜੀ ਬਿਲਕੁਲ, 100% ਮੇਰੇ ਕੋਲ ਚੱਲ ਵੀ ਰਹੇ ਇਨਫਰਟੀਲਿਟੀ ਦੇ ਕੇਸ ਬਹੁਤ ਸਾਰੇ ਚੱਲ ਰਹੇ ਨੇ, ਘੱਟੋ ਘੱਟ 4-5 ਕੇਸ ਨੇ ਕਿ ਲਗਾਤਾਰ ਕੰਟੀਨਿਊ ਹੀ ਰਹਿੰਦੇ ਨੇ ਤੇ ਉਹਦੇ ਵਿੱਚ ਸਫਲਤਾ ਸਾਨੂੰ ਬਹੁਤ, ਵੈਸੇ ਤਾਂ 25 ਸਾਲ ਪਹਿਲਾਂ ਤੋਂ ਹੀ ਸਫਲਤਾ ਮਿਲ ਰਹੀ ਹੈ ਸਾਨੂੰ ਉਸ ਕੇਸਿਸ ਦੇ ਵਿੱਚ, ਬਟ ਹੁਣ ਆ ਕੇ ਆਪਾਂ ਉਹਦੇ ਵਿੱਚ ਆਪਾਂ ਨੂੰ ਹੋਰ ਵੀ ਜਿਹੜੇ ਹੱਲ ਹੈ, ਹੋਰ ਵੀ ਇਲਾਜ ਹੈ, ਵਧੀਆ ਨਿਖਰ ਕੇ ਆ ਰਹੇ ਨੇ ਕਿ ਬਹੁਤ ਜਲਦੀ ਠੀਕ ਹੋ ਰਹੇ ਨੇ। ਜੇ ਆਪਾਂ ਆਯੁਰਵੈਦ ਦੇ ਚਿਕਿਤਸਾ ਸਿਧਾਂਤਾਂ ਦੇ ਹਿਸਾਬ ਨਾਲ ਆਪਾਂ ਚੱਲੀਏ ਤਾਂ ਉਹ ਇਲਾਜ ਹੋਰ ਵੀ ਸੁਖਾਲੇ ਤੇ ਵਧੀਆ ਤਰੀਕੇ ਨਾਲ ਸੰਤਾਨ ਪ੍ਰਾਪਤੀ ਹੋ ਸਕਦੀ ਹੈ। ਡਾਕਟਰ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਮਾਧਿਅਮ ਰਾਹੀਂ, ਪੰਜਾਬ ਪਲੱਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹਾਂ ਤੇ ਪਹੁੰਚਾਉਂਦੇ ਰਵਾਂਗੇ। ਬਹੁਤ ਬਹੁਤ ਥੈਂਕ ਯੂ। ਉਸ ਜੋੜੇ ਦੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੈਗੀ ਆ, ਔਰ ਇਸ ਏਰੀਆ ਦੇ ਵਿੱਚ, ਬਰਗਾੜੀ ਦੇ ਏਰੀਆ ਦੇ ਵਿੱਚ ਦੋਨੇ ਜੀਆਂ ਨੇ ਰਲ ਕੇ ਆਪਣਾ ਜਿਹੜਾ ਹੈਗਾ ਸੇਵਾ ਦਾ ਕੇਂਦਰ ਇੱਥੇ ਖੋਲ੍ਹਿਆ ਹੋਇਆ ਸੀਗਾ, ਔਰ ਆਸ-ਪਾਸ ਦੇ ਪਿੰਡ ਜਿਹੜੇ ਹੈਗੇ ਆ ਉਹ ਸਾਰੇ ਜਾਣੂ ਨੇ ਡਾਕਟਰ ਸਾਹਿਬ ਤੋਂ ਔਰ ਉਹਨਾਂ ਦੇ ਧਰਮ ਪਤਨੀ ਤੋਂ ਜਿਹੜੇ ਸੇਵਾ ਕਰ ਰਹੇ ਨੇ। ਤੁਹਾਡਾ ਦੋਨਾਂ ਦਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਕੀ ਕਹਿਣਾ? ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਭਾਜੀ, ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਤੁਸੀਂ ਇਸ ਏਰੀਆ ਦੇ ਵਿੱਚ ਲੋਕਾਂ ਦੇ ਨਾਲ ਜੁੜੇ ਹੋਏ ਸੀਗੇ ਔਰ ਪੁਰਾਣੇ ਤੋਂ ਪੁਰਾਣੇ ਤੁਹਾਡੇ ਪੇਸ਼ੈਂਟ ਸੀਗੇ, ਔਰ ਉਹ ਵੀ ਬੇਟੇ ਨੇ ਆ ਕੇ ਇੱਕ ਨਵਾਂ ਜਿਹੜਾ ਹੈਗਾ ਆਵਾਮ, ਇੱਕ ਨਵੀਂ એનર્ਜੀ ਤੁਹਾਡੇ 'ਚ ਭਰਤੀ ਕਿ ਦੁਬਾਰਾ ਤੋਂ ਤੁਹਾਨੂੰ ਮਤਲਬ ਉਹ ਜਿਹੜਾ ਸਟਾਰਟਿੰਗ ਜਿਵੇਂ ਪ੍ਰੈਕਟਿਸ ਦੀ ਕੀਤੀ ਸੀ ਤੁਸੀਂ, ਉਹੀ ਪ੍ਰੈਕਟਿਸ ਹੁਣ ਤੁਹਾਨੂੰ ਫਿਰ ਦੁਬਾਰਾ ਤੋਂ ਬੇਟੇ ਦੇ ਨਾਲ ਕਰਕੇ ਕਿੱਦਾਂ ਲੱਗ ਰਿਹਾ? ਕੀ ਕਹਿਣਾ ਚਾਹੁੰਦੇ? ਹਾਂਜੀ, ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਹੁਣ ਕੁਛ ਨਾ ਕੁਛ ਆਯੁਰਵੈਦ ਬਾਰੇ ਸਾਨੂੰ ਹੋਰ ਵੀ ਨੌਲੇਜ ਵੱਧ ਰਹੀ ਹੈ, ਕਿਉਂਕਿ ਬੇਟਾ ਕਰਦਾ ਆਯੁਰਵੈਦ ਦਾ ਤੇ ਨਾਲ ਮੈਨੂੰ ਵੀ ਥੋੜਾ ਜ਼ਿਆਦਾ ਇੰਟਰਸਟ ਹੋ ਗਿਆ ਵੀ ਆਯੁਰਵੈਦ ਠੀਕ ਕੀਤਾ ਜਾਵੇ, ਹਰ ਇੱਕ ਪੇਸ਼ੈਂਟ ਠੀਕ ਕੀਤਾ ਜਾਵੇ। ਔਰ ਕੀ ਕਹਿਣਾ ਚਾਹੋਗੇ ਕਿ ਬੱਚੇ ਨੇ ਜੋ ਜਿਸ ਤਰੀਕੇ ਦੇ ਨਾਲ ਅੱਜ ਦਾ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਭੱਜ ਰਹੀ ਹੈ ਮਾਂ-ਬਾਪ ਤੋਂ, ਔਰ ਇੱਕ ਐਸਾ ਬੱਚਾ ਜਿਹੜਾ ਤੁਹਾਡੇ ਨਾਲ ਆ ਕੇ ਜੁੜ ਗਿਆ, ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਵੀ ਬਹੁਤ ਵਧੀਆ, ਅਸੀਂ ਖੁਸ਼ਕਿਸਮਤ ਹਾਂ ਜਿਹੜੇ ਵੀ ਸਾਡਾ ਬੱਚਾ ਸਾਡੇ ਕੋਲੇ ਹੈ। ਹਾਂਜੀ, ਅੱਜ ਕੱਲ੍ਹ ਦੇ ਬੱਚੇ ਕਿਉਂਕਿ ਪੇਰੈਂਟਸ ਕੋਲੇ ਨਹੀਂ ਰਹਿ ਰਹੇ ਤੇ ਜ਼ਿਆਦਾ ਬਾਹਰ ਨੂੰ ਹੀ ਭੱਜਦੇ ਹੈ, ਪਰ ਸਾਡਾ ਬੇਟਾ ਬਹੁਤ ਵਧੀਆ ਕਿਉਂਕਿ ਸਾਨੂੰ ਵੀ ਖੁਸ਼ੀ ਮਿਲਦੀ ਹੈ ਵੀ ਚਲੋ ਕੋਲੇ ਰਹਿ ਕੇ ਹੀ ਸਾਰਾ ਅਸੀਂ ਐਡਜਸਟਮੈਂਟ ਕਰ ਰਹੇ ਹਾਂ। ਸਰ, ਤੁਸੀਂ ਇਸ ਇਲਾਕੇ ਦੀ ਜਾਨ ਹੋ, ਰੀੜ੍ਹ ਦੀ ਹੱਡੀ ਹੋ ਪੰਜਾਬ ਦੀ। ਅਗਰ ਆਪਾਂ ਗੱਲ ਕਰ ਲਈਏ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਸ ਦੀ, ਉਹਨਾਂ 'ਚ ਤੁਹਾਡਾ ਬਹੁਤ ਵੱਡਾ ਨਾਮ ਹੈਗਾ, ਕੀ ਕਹਿਣਾ ਚਾਹੁੰਦੇ? ਮਤਲਬ ਅਸੀਂ ਤਾਂ ਜੀ ਜਦੋਂ ਬੇਟੇ ਨੂੰ ਇੱਥੇ ਸ਼ੁਰੂਆਤ ਕੀਤੀ, ਸਾਡੇ ਮਨ ਦੀ ਪਹਿਲਾਂ ਹੀ ਭਾਵਨਾ ਸੀ
ਵੀ ਆਯੁਰਵੈਦ ਦੇ ਵਿੱਚ ਵੀ ਵੱਧ ਤੋਂ ਵੱਧ ਵੀ ਆਯੁਰਵੈਦ ਨੂੰ ਪ੍ਰਮੋਟ ਕੀਤਾ ਜਾਵੇ। ਤੇ ਅਸੀਂ ਬੇਟੇ ਨੂੰ ਪਹਿਲੇ ਦਿਨ ਤੋਂ ਹੀ ਇਹ ਕਹਿਣ ਲੱਗ ਗਏ ਵੀ ਆਪਾਂ ਆਯੁਰਵੈਦ ਦੇ ਵਿੱਚ ਤੁਸੀਂ ਬੈਚਲਰ ਡਿਗਰੀ ਕਰਨੀ ਆ, ਪੋਸਟ ਗ੍ਰੈਜੂਏਟ ਕਰਨੀ ਆ, ਤੇ ਇਹਦੇ ਵਿੱਚ ਹੀ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਆ, ਕਿਉਂਕਿ ਸਮੇਂ ਦੀ ਜ਼ਰੂਰਤ ਅੱਜ ਜਿਸ ਤਰ੍ਹਾਂ ਦਾ ਐਨਵਾਇਰਨਮੈਂਟਲ ਆ, ਜਿਸ ਤਰ੍ਹਾਂ ਪੋਇਜ਼ਨਾਂ ਬਹੁਤ ਸਾਰੀਆਂ ਮਤਲਬ ਹੋ ਰਹੀਆਂ, ਉਸ ਕਰਕੇ ਵੀ ਜਿੰਨੀਆਂ ਪ੍ਰੋਬਲਮਾਂ ਬਹੁਤ ਹੀ ਮਤਲਬ ਜਿਹੜੀਆਂ ਕਰੋਨਿਕ ਬਿਮਾਰੀਆਂ ਉਹਨਾਂ ਦਾ ਇਲਾਜ ਆਯੁਰਵੈਦ ਦੇ ਵਿੱਚ ਬਹੁਤ ਜ਼ਿਆਦਾ ਹੈ। ਇਸ ਕਰਕੇ ਅਸੀਂ ਇਹੀ ਪਹਿਲਾਂ ਤੋਂ ਸੋਚ ਰਹੇ ਸੀ ਵੀ ਆਯੁਰਵੈਦ ਨੂੰ ਹੋਰ ਪ੍ਰਮੋਟ ਕਰਨ ਵਾਸਤੇ ਬੇਟੇ ਨੂੰ ਆਪਾਂ ਡਿਗਰੀ ਕਰਾਈਏ ਔਰ ਆਪਣੇ ਇਸ ਤਰ੍ਹਾਂ ਦੇ ਪਛੜੇ ਏਰੀਆ ਦੇ ਵਿੱਚ ਜਿਵੇਂ ਆਪਾਂ ਪੁਰਾਣਾ ਸਾਡਾ ਚਹਿਲ ਆਯੁਰਵੈਦਿਕ ਹਸਪੀਟਲ ਚੱਲ ਰਿਹਾ ਸੀ, ਉਸ ਤਰ੍ਹਾਂ ਹੀ ਅਸੀਂ ਫਿਰ ਮਤਲਬ ਇਹ ਸੋਚਿਆ ਵੀ ਇੱਥੇ ਆਪਾਂ ਸੈਟਲ ਕਰੀਏ ਤੇ ਆਯੁਰਵੈਦ ਨੂੰ ਹੋਰ ਪ੍ਰਮੋਟ ਕਰਕੇ ਲੋਕਾਂ ਨੂੰ ਹੋਰ ਸੇਵਾ ਭਾਵਨਾ ਮਤਲਬ ਵੱਧ ਤੋਂ ਵੱਧ ਸੇਵਾ ਕਰ ਸਕੀਏ। ਤੁਹਾਡੇ 3 ਦਿਮਾਗ ਮਿਲਦੇ ਆ, ਕੋਈ ਪੇਸ਼ੈਂਟ ਆਉਂਦਾ ਮੈਡਮ ਤੁਹਾਡੇ ਨਾਲ ਡਿਸਕਸ ਕਰਦੇ ਹੋ, ਤੁਸੀਂ ਮੈਡਮ ਨਾਲ ਔਰ ਬੇਟੇ ਦੇ ਨਾਲ, ਕੀ ਕਹਿਣਾ ਚਾਹੋਗੇ ਕਿ ਜਦੋਂ 3 ਜਣਿਆਂ ਦਾ ਦਿਮਾਗ ਮਿਲਦਾ ਹੈਗਾ, ਤੁਸੀਂ ਵੀ ਬਹੁਤ ਸਾਰੇ ਪੇਸ਼ੈਂਟਸ ਨੂੰ ਸਹੀ ਕੀਤਾ, ਮੈਡਮ ਨੇ ਵੀ ਕੀਤਾ ਔਰ ਹੁਣ ਬੇਟਾ ਵੀ ਆ ਗਿਆ, ਤੇ 3 ਦਿਮਾਗ ਜਦੋਂ ਮਿਲ ਕੇ ਕੰਮ ਕਰਦੇ ਨੇ, ਨਵੀਂ ਪੀੜ੍ਹੀ ਇਹਦੇ ਕੋਲੇ ਨਵੇਂ ਟੈਕਨੀਕਸ, ਗੂਗਲ, YouTube, ਹੋਰ ਨਵੇਂ ਚੀਜ਼ਾਂ ਇਹ ਯੂਜ਼ ਕਰਦਾ, ਤੁਹਾਡੇ ਕੋਲ ਪੁਰਾਣੇ ਤੋਂ ਪੁਰਾਣੇ ਆਪਦੇ ਫਾਰਮੂਲੇ ਔਰ ਮੈਡਮ ਕੋਲੇ ਆਪਣਾ, ਜਦੋਂ ਤਿੰਨੇ ਦੇ ਸਵੇਲ ਹੁੰਦੇ ਤੇ ਪੇਸ਼ੈਂਟ ਨੂੰ ਤੁਸੀਂ ਸਮਝੀਏ ਵੀ ਇਹ ਵੀ ਕਾਰਨ ਹੁੰਦਾ ਵੀ ਜਦੋਂ ਬੇਟਾ ਤੁਹਾਡੇ ਤੋਂ ਕੋਈ ਚੀਜ਼ ਪੁੱਛਦਾ, ਗੱਲ ਕਰਦਾ ਤੁਹਾਡੇ ਨਾਲ ਔਰ ਭੈਣ ਜੀ ਹੋਰੇ ਸਾਰੇ ਜਣੇ ਇਕੱਠੇ ਮਿਲ ਕੇ ਮਤਲਬ ਜਿਹੜਾ ਇਲਾਜ ਕਰਦੇ ਨੇ। ਬਿਲਕੁਲ ਜੀ, ਜਦੋਂ ਵੀ ਕੋਈ ਪੇਸ਼ੈਂਟ ਆਉਂਦਾ, ਇਸ ਤਰ੍ਹਾਂ ਕੋਈ ਕਰੋਨਿਕ ਪੇਸ਼ੈਂਟ ਆਉਂਦਾ, ਆਮ ਪੇਸ਼ੈਂਟ ਆਉਂਦਾ, ਅਸੀਂ ਸਾਡੀ ਐਜ ਏ ਟੀਮ ਵਰਕ ਕੰਮ ਕਰਦੇ ਹਾਂ, ਡਿਸਕਸ਼ਨ ਕਰਕੇ ਇੱਕ ਦੂਜੇ ਨਾਲ ਵੀ ਕਿਸ ਤਰ੍ਹਾਂ ਦਾ ਇਹ ਪੇਸ਼ੈਂਟ ਆ, ਸਾਡਾ ਐਕਸਪੀਰੀਅੰਸ ਜਾਂ ਲਾਈਫ ਦਾ ਕੀ ਆ, ਇਸ ਪ੍ਰਤੀ ਕੀ ਆਉਂਦਾ, ਤੇ ਬੇਟਾ ਆਪਣੀ ਸਟੱਡੀ ਦੇ ਹਿਸਾਬ ਨਾਲ ਕੀ ਕਰਦੇ ਆ, ਅਸੀਂ ਆਸ ਵਿੱਚ ਪੂਰੀ ਡਿਸਕਸ਼ਨ ਕਰਦੇ ਹਾਂ, ਆਸ ਵਿੱਚ ਪੂਰੀ ਸਲਾਹ ਮਸਲੇ ਨਾਲ ਵੀ ਉਹਦੀ ਮੈਡੀਸਿਨ ਕਰਦੇ ਹਾਂ, ਤੇ ਸਾਨੂੰ ਪ੍ਰੋਪਰ 100% ਉਹਦਾ ਰਿਜ਼ਲਟ ਵੀ ਮਿਲਦਾ ਜੀ। ਡਾਕਟਰ ਜਿਸ ਤਰੀਕੇ ਨਾਲ ਸੈਕੰਡ ਵੇਵ ਜਿਹੜੀ ਹੈਗੀ ਆ COVID-19 ਦੀ ਸ਼ੁਰੂ ਹੋ ਰਹੀ ਹੈਗੀ ਆ ਔਰ ਤੁਸੀਂ ਆਯੁਰਵੇਦ ਵਾਲੇ ਜਿਹੜੇ ਡਾਕਟਰਸ ਹੈਗੇ ਆ ਕਮਰ ਕਸੀ ਹੋਈ ਆ ਉਹਨਾਂ ਨੇ ਵੀ ਅਸੀਂ ਬਹੁਤ ਮੁਸਤੱਦੀ ਨਾਲ ਜਿਹੜਾ ਹੈਗਾ ਇਸ ਦਾ ਸਾਹਮਣਾ ਕਰਨਾ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਮੈਂ ਇਹੀ ਕਹਿਣਾ ਚਾਹੁੰਦਾ ਕਿ ਕੋਵਿਡ ਤੋਂ, ਕਰੋਨਾ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹ ਕੋਈ ਇਹੋ ਜਿਹਾ ਕੋਈ ਵਾਇਰਸ ਨਹੀਂ ਹੈ ਕਿ ਆਪਾਂ ਨੂੰ ਇੰਨੀ ਜਲਦੀ ਨਾਲ ਖਤਮ ਕਰ ਦੇ ਜਾਂ ਕੋਈ ਹੋਰ ਕੋਈ ਅਣਹੋਣੀ ਘਟਨਾ ਨਾਲ ਆਪਣੇ ਸਾਹਮਣੇ ਆਵੇ। ਕੋਵਿਡ ਇੱਕ ਵਾਇਰਸ ਤਾਂ ਪਹਿਲਾਂ ਵੀ ਬਹੁਤ ਸਾਰੇ ਸੀ ਦੁਨੀਆ 'ਤੇ, ਉਹ ਅਲੱਗ ਗੱਲ ਹੈ ਕਿ ਆਇਡੈਂਟੀਟੀ ਹੁਣ ਹੋਈ ਹੈ ਕਰੋਨਾ ਦੀ, ਕੋਵਿਡ-19 ਦੀ। ਬਟ ਆਯੁਰਵੈਦ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਤੁਸੀਂ ਆਪਣਾ ਖਾਣ ਪੀਣ, ਆਹਾਰ ਵਿਹਾਰ ਤੇ ਉੱਪਰ ਪੂਰਾ 100% ਦੇ ਤਰੀਕੇ ਨਾਲ ਹੀ ਧਿਆਨ ਦੇਵੋ, ਦਿਨਚਰਿਆ ਆਪਣੀ ਠੀਕ ਰੱਖੋ, ਆਪਣਾ ਲਾਈਫ ਸਟਾਈਲ ਠੀਕ ਰੱਖੋ, ਰੂਟੀਨ ਆਪਣਾ ਰੋਜ਼ ਦਾ ਠੀਕ ਰੱਖੋ, ਤਾਂ ਤੁਹਾਨੂੰ ਕੋਵਿਡ ਕੀ ਆ, ਤੁਹਾਨੂੰ ਕੋਈ ਵੀ ਬਿਮਾਰੀ ਤੁਹਾਡੇ ਆਸ-ਪਾਸ ਵੀ ਨਜ਼ਰ ਨਹੀਂ ਆਵੇਗੀ ਛੇਤੀ। ਬਾਕੀ ਇਹ ਗੱਲ ਹੈ ਕਿ ਤੁਸੀਂ ਆਪਣਾ ਧਿਆਨ ਆਪ ਰੱਖਣਾ, ਸੈਨੀਟਾਈਜ਼ ਆਪਣੇ ਆਪ ਨੂੰ ਰੱਖਣਾ ਹੈ, ਆਪਣੇ ਘਰ ਦੇ ਖਿੜਕੀਆਂ ਦਰਵਾਜ਼ਿਆਂ ਨੂੰ ਸੈਨੀਟਾਈਜ਼ ਕਰਕੇ ਰੱਖੋ, ਆਪਣੇ ਮਾਸਕ ਆਪਣੇ ਚਿਹਰੇ 'ਤੇ ਆਪਣੇ ਮਾਸਕ ਆਪਣੇ ਯਾਨੀ ਕਿ ਕਿਤੇ ਵੀ ਤੁਸੀਂ ਜਾ ਰਹੇ ਹੋ, ਆ ਰਹੇ ਹੋ ਆਵਾਜਾਈ ਦੇ ਵਿੱਚ, ਜਾਂ ਤੁਸੀਂ ਟ੍ਰੈਫਿਕ ਦੇ ਵਿੱਚ ਹੋ, ਜਾਂ ਤੁਸੀਂ ਮਾਰਕੀਟ ਦੇ ਵਿੱਚ ਹੋ, ਤਾਂ ਤੁਸੀਂ ਮਾਸਕ ਦਾ ਪੂਰਾ ਧਿਆਨ ਰੱਖਣਾ। ਮੈਂ ਇਹੀ ਤੁਹਾਡੇ ਸਾਹਮਣੇ ਅਪੀਲ ਕਰਦਾ।